नानक नाम चढ़दी कला तेरे पाने सरबत दा भला। आज हम दास अशोक जी से महाराज दर्शन दास जी की शरण में आने के कारण और क्या क्या आनंद उन्होंने महाराज दर्शन दास जी की सेवा में आके लिया है, उसके बारे में बातचीत करेंगे। आज से पहले अशोक जी सभी सेवकों से बात करते थे, पूछते होते थे, लेकिन आज इनकी बारी आई है कि ये अपने जीवन का जो रूहानियत का सफर है उसकी शुरुआत कैसे, कहाँ से, कब हुई, उसके बारे में हम जानना चाहेंगे। अशोक जी, नानक नाम चढ़दी कला तेरे पाने सरबत दा भला, इस स्पिरिचुअल सफर के अंदर आपका तहे दिल से स्वागत है। और क्योंकि आपने बहुत ही ज्यादा नजदीकी महाराज दर्शन दास जी की पाई है, तो मैं आपसे रिक्वेस्ट करूंगा कि जितने भी सुनने वाले हैं, जितने भी महाराज दर्शन दास जी को फॉलो करने वाले हैं और रूहानियत सफर के अंदर इंटरेस्ट रखने वाले हैं, उनकी सबको जानकारी देने के लिए कि रूहानियत सफर कैसे शुरू हुआ और कैसे आपने इसका आनंद लिया और कब से ये आनंद लेना शुरू किया, उसके बारे में आप सभी जो सुनने वाले हैं उनको बताने का कष्ट करेंगे। नानक नाम चढ़दी कला तेरे भाने सरबत दा भला। दास जी, ਤੁਸੀਂ ਤੇ ਸਰਪ੍ਰਾਈਜ਼ ਕਰਤਾ। ਮੈਂ ਤਾਂ ਤੁਹਾਡੇ ਕੋਲੋਂ ਤੁਹਾਡੀ ਕਥਾ ਪੁੱਛਣੀ ਸੀ ਅਗਲਾ ਐਪੀਸੋਡ। ਹਾਂਜੀ, ਤੇ ਤੁਸੀਂ ਇਹ अदर वे राउंड हो कर ऐसा ब्रिजमोहन जी, महाराज जी के बारे में बताना, जहाँ उनके खेलों के बारे में बताना, ये किसी आम आदमी के बस की बात नहीं। ट्रू। क्योंकि उनको जानना, वो क्या कर रहे हैं, कब कहाँ होते हैं और उसकी कला, ये मेरा नहीं ख्याल कि मैं उसको बता सकता हूँ। हाँ, मैं इतना जरूर बता सकता हूँ जो एक दुनियावी सफर है जी कि महाराज जी की शरण में कैसे आए। जी, मैं सोचता हूँ आए नहीं, उन्होंने कैसे हमें बुलाया। एग्जैक्टली यही बात है। क्योंकि वो कहते हैं कि हम धरती पे आए हैं अपने उस सितारों को चुनने के लिए जी जो पीछे बिछड़ गए थे। महाराज जी कहा करते थे कि आप लोग इस जन्म के नहीं, जी पिछले जन्म के हैं, तो हम आप लोगों को ढूंढते हैं। बिल्कुल। ਇਹ ਸਾਡਾ ਸੁਭਾਗਿਆ ਬ੍ਰਿਜਮੋਹਨ ਜੀ ਹੋਇਆ। ਅਸੀਂ ਕਪੂਰਥਲੇ ਦੇ ਵਿੱਚ ਰਿਹਾ ਕਰਦੇ ਸੀ, ਪੰਜਾਬ 'ਚ ਜੀ। ਤੇ ਕਪੂਰਥਲੇ ਦੇ ਵਿੱਚ ਆਮ ਆਪਣਾ ਕਾਰੋਬਾਰ ਸੀ। ਉਹ ਕਾਰੋਬਾਰ ਵੀ ਉਹ ਸੀ ਕਿ ਜੋ ਮਹਾਰਾਜ ਜੀ ਕਹਿੰਦੇ ਮੀਟ ਸ਼ਰਾਬ ਨਹੀਂ ਖਾਣਾ। ਠੀਕ ਹੈ। ਅਸੀਂ ਮੀਟ ਦਾ ਕੰਮ ਹੁੰਦਾ ਸੀ, ਸਾਡੇ ਦੁਕਾਨਾਂ ਹੁੰਦੀਆਂ ਸੀਗੀਆਂ ਤੇ ਇਹ ਲਾ ਲਓ ਕਿ ਵੀ ਰੋਜ਼ ਘਰ 'ਚ ਟਿਊਜ਼ਡੇ ਛੱਡ ਕੇ ਘਰ 'ਚ ਮੀਟ ਤੇ ਸ਼ਰਾਬ ਚੱਲਦਾ ਸੀਗਾ। ਵਾਹ ਜੀ ਵਾਹ। ਤੇ ਜਦੋਂ ਟਿਊਜ਼ਡੇ ਆਉਂਦਾ ਸੀ ਤੇ ਘਰ 'ਚ ਇਦਾਂ ਹੁੰਦਾ ਸੀਗਾ ਕਿ ਅੱਜ ਜਿਵੇਂ ਕੁਝ ਖਾਣ ਵਾਸਤੇ ਹੈ ਨਹੀਂ, ਫਾਸਟਿੰਗ ਦਿਨ। ਉਹ ਵੀ ਸਾਡੀ ਦਾਦੀ ਜੀ ਜਿਹੜੇ ਆ ਉਹਨਾਂ ਦੀ ਬਹੁਤ ਸ਼ਰਧਾ ਸੀ ਤੇ ਟਿਊਜ਼ਡੇ ਘਰ 'ਚ ਆਰਤੀ ਹੁੰਦੀ ਸੀ ਤੇ ਮਾਤਾ ਦੀਆਂ ਭੇਟਾਂ ਤੇ ਸ਼ਬਦ ਕੀਰਤਨ ਹੁੰਦਾ ਸੀ ਜੀ, ਜੋ ਕਿ ਸਾਡੇ ਵੱਡੇ ਭਾਈ ਸਾਹਿਬ ਦਾਸ ਕੋਮਲ ਜੀ ਉਹ ਕਰਦੇ ਹੁੰਦੇ ਸੀ। ਕਿਉਂਕਿ ਉਹਨਾਂ ਦੀ ਆਪਣੀ ਇੱਕ ਪਾਰਟੀ ਵੀ ਉਹਨਾਂ ਨੇ ਬਣਾਈ ਹੋਈ ਸੀ ਕਿ ਜਿਹੜਾ ਉਹ ਮਾਤਾ ਦੇ ਜਗਰਾਤੇ ਕਰਦੇ ਸੀ, ਲਿਖਦੇ ਹੁੰਦੇ ਸੀਗੇ। ਠੀਕ ਹੈ। ਉਦੋਂ ਘਰ 'ਚ ਇਹ ਚੀਜ਼ ਨਹੀਂ ਹੁੰਦੀ ਸੀ ਤੇ ਖਾ ਪੀ ਕੇ ਮੁੜ ਕੇ ਆਪਸ 'ਚ ਸਾਡੇ ਡੈਡੀ, ਸਾਡੇ ਚਾਚੇ, ਤਾਏ, ਉਹਨਾਂ 'ਚ ਮੁੜ ਕੇ ਆਪਸ 'ਚ ਤੂੰ ਮੈਂ ਵੀ ਹੋ ਜਾਣੀ। ਸਵੇਰੇ ਫੇਰ ਉਹਨਾਂ ਨੇ ਸੱਜਣ ਮਿੱਤਰ ਬਣ ਜਾਣਾ, ਦੋਸਤ ਬਣ ਜਾਣਾ। ਬਿਲਕੁਲ। ਐਨੀਵੇ, ਇਹ 1975 ਦੀ ਗੱਲ ਹੈ। ਮੈਂ ਛੋਟਾ ਹੁੰਦਾ ਸੀ ਉਦੋਂ, ਸ਼ਾਇਦ 11-12 ਸਾਲ ਸ਼ਾਇਦ। ਤੇ ਸਾਡੇ ਇੱਕ ਘਰ ਛੱਡ ਕੇ ਜੀ ਬਾਬਾ ਜੀ ਸੁੰਦਰਦਾਸ ਜੀ ਉਹਨੂੰ ਕਹਿੰਦੇ ਨੇ, ਬਾਬਾ ਓਮ ਜੀ ਉਹਨਾਂ ਦਾ ਨਾਂ ਸੀ, ਪਰ ਮਹਾਰਾਜ ਜੀ ਉਹਨਾਂ ਦਾ ਸੁੰਦਰਦਾਸ ਜੀ ਨਾਂ ਰੱਖਿਆ ਸੀ ਜੀ। ਉੱਥੇ ਉਹ ਆਏ ਸੀ ਤੇ ਉਹਨਾਂ ਨੇ ਜਦੋਂ ਆਏ ਤੇ ਸਾਨੂੰ ਵੀ ਬੁਲਾਇਆ ਕਿ ਘਰ ਬਾਬਾ ਜੀ ਆਏ ਨੇ, ਤੁਸੀਂ ਆਓ। ਤੇ ਘਰ ਦੇ ਸਾਰੇ ਉੱਧਰ ਚਲੇ ਗਏ ਤੇ ਡੈਡੀ ਮਤਲਬ ਕਿ ਜਿਹੜੇ ਬਾਬਾ ਜੀ ਸੰਤਾਂ ਦੇ ਵਗੈਰਾ ਜੋ ਸੁਣਦੇ ਹੁੰਦੇ ਸੀ ਤੇ ਬੜੇ ਔਖੇ ਹੁੰਦੇ ਸੀ ਕਿ ਇਹ ਜਨਾਨੀਆਂ ਨੂੰ ਆਪਣੀ ਕਲਾ 'ਚ ਦੱਸ ਕੇ, ਵਸਾ ਕੇ ਤੇ ਭਰਮਾ ਲੈਂਦੇ ਆ।
ठीक है। ਤੇ ਉਦੋਂ ਦੀ ਵੀ ਗੱਲ ਹੈ ਕਿ ਮੈਂ ਘਰ ਸੀਗਾ, ਸਿਸਟਰ ਵੀ ਮੇਰਾ ਘਰ ਸੀ, ਬਾਕੀ ਸਾਰੇ ਉੱਥੇ ਚਲੇ ਗਏ। ਡੈਡੀ ਬਾਹਰੋਂ ਆਏ ਸੀਗੇ, ਸ਼ਾਇਦ ਕਿਤੇ ਵਿਆਹ ਤੋਂ ਜਾਂ ਕਿਸੇ ਕੋਲੋਂ, ਤੇ ਡੈਡੀ ਨੇ ਡਰਿੰਕ ਕੀਤੀ ਹੋਈ ਸੀਗੀ। अच्छा जी। ਤੇ ਡਰਿੰਕ ਕੀਤੀ ਹੋਈ ਸੀ, ਘਰ ਆਏ, ਪੁੱਛਿਆ ਕਿੱਥੇ ਨੇ ਸਾਰੇ, ਤੇ ਉਹਨਾਂ ਕਿਹਾ ਜੀ ਨਾਲ ਦੇ ਗੁਆਂਢੀਆਂ ਦੇ ਗਏ ਨੇ, ਬਾਬਾ ਜੀ ਆਏ। अच्छा। ਤੇ ਭੈਣ ਜੀ ਨੇ ਕਿਹਾ ਕਿ ਉਹ ਗੱਲਾਂ ਬੜੀਆਂ ਸੱਚੀਆਂ ਦੱਸਦੇ ਨੇ, ਉਹਨਾਂ ਨੂੰ ਸਭ ਕੁਝ ਜਿਵੇਂ ਪਤਾ ਹੈਗਾ। ठीक ਤੇ है ਡੈਡੀ ਚਲੇ ਗਏ ਉੱਧਰ, ਤੇ ਮੈਨੂੰ ਖਿਆਲ ਆ ਕਿ ਵੀ ਮੈਂ ਵੀ ਡੈਡੀ ਦੇ ਪਿੱਛੇ ਪਿੱਛੇ ਉੱਧਰ ਚਲਾ ਗਿਆ। जी। ਤੇ ਜਦੋਂ ਅਸੀਂ ਉਹਨਾਂ ਦੀ ਕਾਫੀ ਡਿਊਟੀ ਜਿਹੀ ਸੀ, ਅੱਗੇ ਜਾਂਦੇ ਪਏ ਸੀ, ਤੇ ਬਾਬਾ ਜੀ ਅੰਦਰ ਬੈਠੇ ਸੀ, ਤੋਂ ਸ਼ੀਸ਼ੇ ਚੋਂ, ਉਹ ਵਿੰਡੋ ਚੋਂ ਉਹਨਾਂ ਦੇਖ ਲਿਆ ਡੈਡੀ ਨੂੰ ਆਉਂਦਿਆਂ। ਜਦੋਂ ਲਾਗੇ ਜੇ ਆਏ ਤੇ ਕਹਿੰਦੇ ਆ ਜਾ ਮੇਰੇ ਸਰਨਾਮੀਆਂ। ਸਰਨਾਮੀਆਂ ਹੁੰਦਾ ਕਿ ਸੇਮ ਨਾਮ ਵਾਲਾ ਨਾ। अच्छा जी। ਉਹਨਾਂ ਦਾ ਨਾਮ ਵੀ ਓਮ ਸੀਗਾ, ਤੇ ਡੈਡੀ ਦਾ ਨਾਮ ਵੀ ਓਮ ਪ੍ਰਕਾਸ਼ ਸੀਗਾ। ठीक है। ਤੇ ਡੈਡੀ ਨੂੰ ਓਮ ਕਹਿੰਦੇ ਹੁੰਦੇ ਸੀਗੇ। ਕਹਿੰਦੇ ਆ ਜਾ ਮੇਰੇ ਸਰਨਾਮੀਆਂ। ਤੇ ਡੈਡੀ ਨੂੰ ਲੱਗਿਆ ਯਾਰ ਇਹਨੂੰ ਕਿੱਦਾਂ ਮੇਰਾ ਨਾਂ ਪਤਾ ਲੱਗਿਆ ਯਾਰ। ਤੇ ਬਾਕੀ ਸਾਰਿਆਂ ਨੂੰ, ਸੰਗਤ ਨੂੰ ਉੱਥੇ ਬੈਠਿਆਂ ਨੂੰ ਪਤਾ ਹੋਇਆ ਕਿ ਯਾਰ ਇਹ ਸ਼ਰਾਬ ਪੀ ਕੇ ਆਇਆ, ਹੁਣ ਪੰਗਾ ਕਰੇਗਾ ਕੋਈ ਨਾ। ਪਰ ਮਹਾਰਾਜ ਜੀ, ਬਾਬਾ ਜੀ ਕਹਿੰਦੇ ਕੋਈ ਨਹੀਂ ਆ ਜਾ ਆ ਜਾ ਇੱਥੇ ਮੇਰੇ ਕੋਲ ਬਹਿ ਜਾ। ਤੇ ਇੰਨਾ ਮੈਨੂੰ ਪਤਾ ਕਿ ਵੀ ਬਾਬਾ ਜੀ ਨੇ ਗਲਾਸ ਪਾਣੀ ਦਾ ਮੰਗਾਇਆ, ਤੇ ਉਹਦੇ 'ਚ ਆਪਣੀ ਉਂਗਲ ਡੁਬੋਈ, ਤੇ ਕਹਿੰਦੇ ਲਓ ਜੀ ਪੀ ਲਓ ਨਾ। ਤੇ ਡੈਡੀ ਨੇ ਹੋਰ ਤਾਂ ਦੇਖਿਆ, ਕਹਿੰਦੇ ਕਿਉਂ, ਕਿਹੜੀ ਪੀਂਦੇ ਹੋ ਤੁਸੀਂ, ਕਿਹੜੀ ਪੀਂਦੇ ਹੋ? ਅੱਛਾ। ਤੇ ਡੈਡੀ ਨੇ ਸੋਚਿਆ ਪਾਣੀ ਆ, ਉਹਨਾਂ ਜਲਦੀ ਘੁੱਟ ਭਰਨਾ। ਤੇ ਇੰਨਾ ਦੇਖਣ 'ਚ ਆਇਆ ਕਿ ਵੀ ਡੈਡੀ ਦਬਦਾ ਭਰਨ ਲੱਗੇ ਤੇ ਇੱਕਦਮ ਰੁਕ ਗਏ, ਇੱਕ ਘੁੱਟ ਗਿਆ ਤੇ ਰੁਕ ਗਏ। ਅੱਛਾ ਜੀ। ਕਿ ਏਦਾਂ ਹੋਇਆ ਕਿ ਜਿਵੇਂ ਪਾਣੀ ਵੀ ਉਹਨਾਂ ਨੂੰ ਜਿਹੜਾ ਸ਼ਰਾਬ ਦੇ ਮੁਤਾਬਕ, ਕਿਉਂਕਿ ਇੱਕਦਮ ਪਾਣੀ ਨਹੀਂ ਪੀ ਕੇ ਬਾਬਾ ਜੀ ਵੱਲ ਦੇਖਿਆ, ਤੇ ਬਾਬਾ ਜੀ ਨੇ ਉਹਨਾਂ ਨਾਲ ਦੇਖਿਆ, ਤੇ ਬਾਬਾ ਜੀ ਨੇ ਕਿਹਾ, ਕਹਿੰਦੇ ਕੋਈ ਨਹੀਂ ਆਰਾਮ ਨਾਲ ਬਹਿ ਜਾ, ਆਰਾਮ ਨਾਲ ਬਹਿ ਕੇ ਪੀ ਲੈ। ਅੱਛਾ। ਤੇ ਡੈਡੀ ਉੱਥੇ ਬਹਿ ਕੇ ਪੀ ਗਏ। ਠੀਕ ਹੈ। ਤੇ ਉਸ ਵੇਲੇ ਇਹ ਦੇਖ ਲਓ ਕਿ ਮਹਾਰਾਜ ਜੀ ਤੇ ਬਾਬਾ ਜੀ ਵੱਡਿਆਂ ਨੂੰ, ਉਹਨੂੰ ਛੋਟੇ ਬਾਬਾ ਜੀ ਕਹਿੰਦੇ ਸੀ। ਅੱਛਾ ਜੀ। ਉਹਨਾਂ ਨੂੰ ਵੱਡੇ ਬਾਬਾ ਜੀ ਕਹਿੰਦੇ। ਉਹਨਾਂ ਨੂੰ ਤਾਂ ਅਸੀਂ ਨਹੀਂ ਦੇਖਿਆ ਸੀਗਾ, ਪਰ ਉਹਨਾਂ ਕੋਲ ਉਸ ਵੇਲੇ ਇੰਨੀ ਸੀ ਬਿਜਮੋਹਨ ਜੀ ਕਿ ਵੀ ਉਹ ਉੱਥੇ ਬੈਠੇ ਸਭ ਕੁਝ ਦੱਸੀ ਜਾਂਦੇ ਸੀ। ਅੱਛਾ। ਇੱਕ ਲੇਡੀ ਸਾਹਮਣੇ ਬੈਠੀ ਸੀ, ਉਹਨੂੰ ਦੱਸ ਰਹੇ ਸੀ ਕਿ ਉਹ ਕਿੱਥੋਂ ਆਏ, ਉਹਨੂੰ ਕਿੰਨੇ ਖਵਾਇਆ, ਕਿੰਨੇ ਸਾਲਾਂ ਤੋਂ ਉਹ ਜੁੜੀ ਹੋਈ ਹੈ, ਉਹਨੂੰ ਕੀ ਪ੍ਰੋਬਲਮ ਹੈ। ਉਹ ਲੇਡੀ ਦਾ ਨਾਂ ਦੱਸ ਦਿੱਤਾ, ਟਾਈਮ ਦੱਸਤਾ, ਮਤਲਬ ਏਦਾਂ ਹਰ ਚੀਜ਼ ਮਤਲਬ ਕਿ ਦੱਸੀ ਜਾਂਦੇ ਸੀ। ਠੀਕ ਹੈ। ਇਹ ਵੀ ਬੜੇ ਹੈਰਾਨ ਹੋਏ ਬਾਬਾ ਜੀ ਨੂੰ, ਜਾਂ ਕਿਸੇ ਨੇ ਪਹਿਲਾਂ ਦੱਸਿਆ ਹੋਇਆ। ਐਨੀਵੇ ਬਿਰਜਮੋਹਨ ਜੀ ਉਸ ਦਿਨ ਤੋਂ ਡੈਡੀ ਨੂੰ ਕੀ ਹੋਇਆ ਪਤਾ ਨਹੀਂ, ਤੇ ਡੈਡੀ ਜੀ ਬਸ ਸਵੇਰੇ ਉੱਠਦੇ ਬਾਬਾ ਜੀ ਨੂੰ ਲੱਭਣ ਲੱਗ ਪਏ। ਤੇ ਬਾਬਾ ਜੀ ਮੇਰੇ ਹੱਥ 3-4 ਦਿਨ ਉੱਥੇ ਰਹੇ ਸੀਗੇ, ਤੇ ਡੈਡੀ ਮਤਲਬ ਕਿ ਉਹਨਾਂ ਦੇ ਨਾਲ ਆਣਾ ਜਾਣਾ ਸ਼ੁਰੂ ਕਰ ਦਿੱਤਾ। ਤੇ ਡੈਡੀ ਜੀ ਨੇ ਕੀ ਕੀਤਾ ਕਿ ਫਿਰ ਜਿਹੜਾ ਪੀਣਾ ਖਾਣਾ ਉਸ ਤੋਂ ਬਾਅਦ ਹੀ ਬ੍ਰੇਕ ਲਗਾ ਦਿੱਤੀ, ਬਸ ਉਸ ਤੋਂ ਬਾਅਦ ਹੀ ਬ੍ਰੇਕ ਲਗਾ ਦਿੱਤੀ ਪੀਣ ਖਾਣ ਤੋਂ। ਤੇ ਉਸ ਦਿਨ ਤੋਂ ਬਾਅਦ ਜੀ ਉਹਨਾਂ ਦੇ ਸਮਝ ਲਓ ਕਿ ਡੈਡੀ ਜੀ ਨੂੰ ਲੱਗਣ ਲੱਗ ਗਈ। ਫਿਰ ਡੈਡੀ ਜੀ ਨੂੰ ਉਹਨਾਂ ਨੇ ਮਹਾਰਾਜ ਜੀ ਨੂੰ ਮਿਲਾਇਆ, ਤੇ ਜਦੋਂ ਤੇ ਮਹਾਰਾਜ ਜੀ ਨੂੰ ਮਿਲੇ ਤੇ ਫਿਰ ਬਸ ਮਹਾਰਾਜ ਜੀ ਆਪਣੇ ਇੱਧਰ ਘਰ ਆ ਕੇ ਬਹਿੰਦੇ ਹੁੰਦੇ ਸੀਗੇ। ਇਸ ਤਰ੍ਹਾਂ ਮੇਲ ਮਿਲਾਪ ਹੋਇਆ। तो आप भी उसी टाइम से महाराज जी की तरफ खिंचाव करते चले गए कि भी ये जो पूर्ण संत है सबके बारे में बता देता है, और आपने भी उसी टाइम से फॉलो करना शुरू कर दिया? ਇਹ ਹੈ ਕਿ ਉਸ ਟਾਈਮ ਬੱਚੇ ਸੀ ਤੇ ਇਸ ਚੀਜ਼ ਦੀ ਸਮਝ ਹੀ ਨਹੀਂ ਆਗੀ ਸੀਗੀ ਕਿ ਵੀ ਰੱਬ ਕੀ ਹੈ ਜਾਂ ਗੁਰੂ ਕੀ ਹੈ। ਅੱਛਾ। ਤੇ ਇੰਨਾ ਹੁੰਦਾ ਸੀਗਾ ਕਿ ਜਦੋਂ ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਬਾਬਾ ਜੀ ਆ ਗਏ, ਜੋ ਬਾਬਾ ਜੀ ਆਉਂਦੇ ਸੀ ਘਰ ਰੌਣਕ ਲੱਗ ਜਾਂਦੀ ਸੀ। ਪ੍ਰਸਾਦ ਜਿਹੜੇ ਲਾਗੇ ਚਾਗੇ ਉਹਨਾਂ ਸਾਰਿਆਂ ਨੂੰ ਅਸੀਂ ਬੁਲਾ ਲਈਦਾ ਸੀ ਆਪਣੇ ਘਰ। ਕੀਰਤਨ ਦਰਬਾਰ ਹੋਣ ਲੱਗ ਪੈਂਦਾ ਸੀ। ਮਹਾਰਾਜ ਨੂੰ ਬਹੁਤ ਸ਼ੌਂਕ ਸੀਗਾ, ਡੱਬਾ ਫੜ ਕੇ ਜਿੱਥੇ ਵੀ ਉਹ ਡੱਬੇ ਨਾਲ ਕੀਰਤਨ ਕਰਨ ਲੱਗ ਪੈਂਦੇ ਸੀ। ਇਹ ਹੈ ਕਿ ਜਿਹੜਾ ਵੀ ਆਉਂਦਾ ਸੀ ਉਹਨੂੰ ਹਰ ਚੀਜ਼ ਦੱਸ ਦਿੰਦੇ ਸੀ, ਮੱਥੇ ਤੇ ਹੱਥ ਰੱਖ ਕੇ ਹਰ ਚੀਜ਼ ਤੈਨੂੰ ਕਿੰਨੇ ਕੀਤਾ, ਕਿੰਨੇ ਖਵਾਇਆ। ਤਾਂ ਅਸੀਂ ਕਿੱਥੋਂ ਇੰਪ੍ਰੈਸ ਹੋਏ ਕਿ ਇੱਕ ਵਾਰੀ ਮਹਾਰਾਜ ਜੀ ਆਏ ਘਰ, ਮਹਾਰਾਜ ਦਰਸ਼ਨਦਾਸ ਜੀ ਆਏ ਘਰ। ਅੱਛਾ ਜੀ। ਤੇ ਉਦੋਂ ਕੀ ਹੁੰਦਾ ਸੀਗਾ ਕਿ ਵੀ ਲਾਗੇ ਜਿੱਥੇ ਵੀ ਲੋਕਾਂ ਨੂੰ ਸੇਵਕਾਂ ਨੂੰ ਦੱਸਣਾ ਨਾ, ਤੇ ਡੈਡੀ ਨੇ ਕਹਿਣਾ ਜਾ ਤੂੰ ਉੱਥੇ ਦੱਸਿਆ, ਤੂੰ ਉੱਥੇ ਦੱਸਿਆ। ਫੋਨ ਤੇ ਹੁੰਦੇ ਨਹੀਂ ਸੀਗੇ। ਠੀਕ ਹੈ। ਤੇ ਮੇਰੀ ਜ਼ਿਆਦਾ ਹੁੰਦੀ ਸੀ ਕਿ ਭਾਣੋ ਲੰਗੇ ਤੋਂ ਸੇਵਕ ਹੈਗੇ ਸੀਗੇ ਪੰਡਤ ਰਾਮ ਸਰੂਪ ਜੀ। ਠੀਕ ਹੈ ਜੀ। ਉਹ ਵੀ ਮਤਲਬ ਕਿ ਸੇਵਕ ਬਣੇ, ਤੇ ਪਰ ਉਹ ਪਿੰਡ ਰਹਿੰਦੇ ਹੁੰਦੇ ਸੀਗੇ। ਠੀਕ ਹੈ। ਤੇ ਭਾਣੋ ਲੰਗਾ ਪਿੰਡ ਸੀ, ਤੇ ਮੈਨੂੰ ਜ਼ਿਆਦਾ ਉਹਨਾਂ ਕਹਿਣਾ ਜਾ ਉਹਨਾਂ ਨੂੰ ਵੀ ਬੁਲਾ ਲਿਆ।
ਠੀਕ ਹੈ। ਤੇ ਕਾਫੀ ਉੱਥੋਂ ਦੂਰ ਸੀਗਾ, ਸਾਈਕਲ ਤੇ ਜਾਣਾ, ਸਾਈਕਲ ਤੇ ਆਉਣਾ, ਤੇ ਜ਼ਿਆਦਾ ਡਿਊਟੀ ਲੱਗ ਜਾਂਦੀ ਹੁੰਦੀ ਸੀ। ਇੱਕ ਦਿਨ ਕੀ ਹੋਇਆ ਕਿ ਮਹਾਰਾਜ ਜੀ ਘਰ ਆਏ ਸੀ, ਸਾਨੂੰ ਨਹੀਂ ਪਤਾ ਸੀ, ਮੈਂ ਤੇ ਮੇਰਾ ਚਾਚੇ ਦਾ ਲੜਕਾ ਅਸੀਂ ਬਾਹਰ ਫਿਰਨ ਤੁਰਨ ਗਏ ਸੀ, ਤੇ ਉਹਨੂੰ ਸਿਗਰਟ ਪੀਣ ਦਾ ਸ਼ੌਂਕ ਸੀਗਾ, ਚੋਰੀ ਸਿਗਰਟ ਪੀਂਦਾ ਸੀ, ਘਰ ਕਿਸੇ ਨੂੰ ਨਹੀਂ ਪਤਾ ਸੀ, ਤੇ ਉਹ ਸਿਗਰਟ ਪੀਂਦਾ ਪਿਆ ਸੀ। ਅਸੀਂ ਫਿਰਨ ਤੁਰਨ ਗਏ, ਅਸੀਂ ਜੋ ਵਾਪਸ ਆਏ ਤੇ ਬਾਹਰ ਦੇਖਿਆ ਸਾਈਕਲ ਖੜੇ ਆ, ਜੁੱਤੀਆਂ ਲੱਥੀਆਂ, ਤੇ ਪਤਾ ਲੱਗ ਗਿਆ ਬਾਬਾ ਜੀ ਆਏ। ਅੱਛਾ ਜੀ। ਉਹਨੇ ਆਪਣਾ ਸਿਗਰਟ ਪੀਤੀ ਤੇ ਨਾਲੀ 'ਚ ਏਦਾਂ ਸੁੱਟ ਦਿੱਤੀ, ਤੇ ਅਸੀਂ ਆਰਾਮ ਨਾਲ ਅੰਦਰ ਚਲੇ ਗਏ, ਚੂੜੀ ਚਾਲੀ ਕਰਕੇ, ਉਹ ਵੀ ਬੈਠ ਗਏ, ਆਪਾਂ ਵੀ ਬੈਠ ਗਏ। ਅਸੀਂ ਬੈਠ ਗਏ ਤੇ ਗੱਲਾਂ ਹੁੰਦੀਆਂ ਰਹੀਆਂ, ਗੱਲਾਂ ਚੱਲਦੀਆਂ ਰਹੀਆਂ, ਤੇ ਕਾਫੀ ਦੇਰ ਬਾਅਦ ਮਹਾਰਾਜ ਜੀ ਉਹਨੂੰ ਕਹਿੰਦੇ, ਕਿੱਦਾਂ ਬਈ, ਕੀ ਹਾਲ ਤੇਰਾ? ਕੀਮਤੀ ਸੀ ਉਹਦਾ ਨਾਂ, ਕੀਮਤੀ, ਕੀ ਹਾਲ ਤੇਰਾ? ਠੀਕ ਆ। ਕਹਿੰਦੇ ਕਿੱਦਾਂ ਫਿਰ ਸਿਗਰਟਾਂ ਸੁਗਟਾਂ ਤੇਰਾ ਕਿੱਦਾਂ? ਠੀਕ। ਉਹ ਬੜਾ ਹੈਰਾਨ, ਤੇ ਚਾਚੀ ਸਾਡੀ ਤੇ ਚਾਚਾ ਉਹ ਬੜੇ ਹੋਰ ਤਰ੍ਹਾਂ ਹੋਏ। ਕਹਿੰਦੇ ਜੀ ਇਹ ਨਹੀਂ ਸਿਗਰਟ ਸੁਗਰਟ ਪੀਂਦੇ ਜੀ, ਸਾਡੇ ਬੱਚੇ ਨਹੀਂ ਏਦਾਂ ਦੇ ਹੈਗੇ ਨਾ। ਹੁਣ ਮੈਨੂੰ ਪਤਾ ਸਿਗਰਟ ਪੀਤੀ ਹੈ, ਤੇ ਕਹਿੰਦੇ ਇਹ ਨਹੀਂ ਏਦਾਂ ਦੇ ਹੈਗੇ। ਕਹਿੰਦੇ ਅੱਛਾ। ਕਹਿੰਦੇ ਕਿਉਂ ਬਾਈ? ਉਹਨੇ ਧਿਆਨ ਥੱਲੇ ਤੇ ਆਪਾਂ ਵੀ ਧਿਆਨ ਥੱਲੇ, ਕੁੱਟ ਪੈਣੀ ਸੀਗੀ। ਮੈਨੂੰ ਇੰਨਾ ਯਾਦ ਆ ਕਿ ਵੀ ਮਹਾਰਾਜ ਜੀ ਨੇ ਕਿਹਾ ਬਾਬੂ ਜੀ ਨੂੰ, ਕਹਿੰਦੇ ਓਮ, ਕਹਿੰਦੇ ਬਾਹਰ ਜਾ, ਕਹਿੰਦੇ ਬਾਹਰ ਜਾ ਕੇ ਰਾਈਟ ਸਾਈਡ ਤੇ ਦੇਖ, ਕਹਿੰਦੇ ਉੱਥੇ ਇੱਕ ਨਾ ਸਿਗਰਟ ਦਾ ਟੋਟਾ ਉਹ ਜਲਦਾ ਪਿਆ। ਉਹਨਾਂ ਨਾਮ ਹੀ ਲੈਤਾ, ਕਿਹੜੀ ਪੀਤੀ ਹੈ, ਪਾਸ਼ਨ ਸ਼ੋ ਸਿਗਰਟ ਕੋਈ ਹੁੰਦੀ ਸੀ ਉਹ ਗਏ ਤੇ ਉੱਥੇ ਉਹ ਪਿਆ ਹੋਇਆ ਟੋਟਾ ਜੀ। ਉਹ ਜਦੋਂ ਉਹਨੇ ਏਦਾਂ ਮਾਰਿਆ ਨਾ ਨਾਲੀ 'ਚ, ਉਹ ਨਾਲੀ 'ਚ ਨਹੀਂ ਡਿੱਗਿਆ, ਉਹ ਕੰਢੇ ਤੇ ਲੱਗ ਗਿਆ ਤੇ ਧੁਖਦਾ ਪਿਆ ਸੀ। ਤੇ ਉਹ ਗਿਆ, ਫਿਰ ਕਹਿੰਦੇ ਕਿਉਂ ਬਾਈ? ਮੈਂ ਵੀ ਹੈਰਾਨ, ਬਾਕੀ ਦੇ ਵੀ ਹੈਰਾਨ। ਮੈਨੂੰ ਲੱਗਿਆ ਕਿਸੇ ਨੇ ਦੱਸਤਾ ਹੋਣਾ, ਠੀਕ ਹੈ, ਬਾਬੇ ਨੂੰ ਵੀ ਕਿੱਥੋਂ ਪਤਾ ਲੱਗ ਗਿਆ, ਕਿਸੇ ਨੇ ਦੱਸਤਾ ਹੋਣਾ, ਪਰ ਉਹ ਬਾਬਾ ਜਾਣੀ ਜਾਣ ਕਿ ਉਹਨੂੰ ਸਭ पता ਸੀ। अगर मैं कह सकता हूँ जी कि अगर पूर्ण संत की अगर कोई पहचान करने वाला हो, उनके उठने बैठने से, बातचीत करने से, उनकी दूरदृष्टि के देखने से, ऐसे महाराज दर्शनदास जी का जो उनके सेवक थे, उनको एहसास हो जाता था कि ये पूर्ण संत हैं, जो कि हमारे इस नहीं पिछले भी और अगले जन्म की भी बात बता देते हैं कि हमने ये जीवन कैसे जीना है, अगला जीवन तुम्हारा कैसे होने वाला है। तो मैं आपसे ये पूछना चाहूंगा कि महाराज जी ने ऐसे कोई कोतक और बड़े से बड़े कोतक करे हैं, नो डाउट, लेकिन आपके सामने कौन सा और बड़ा ऐसा कोतक होया कि जो आपको बिल्कुल हैरान कर देने वाला था? ऐसा बृजमोहन जी के जो पूर्ण पुरख है ना जी, ਉਹਨਾਂ ਦੇ ਹੱਥਾਂ ਤੇ ਅੱਖਾਂ 'ਚ ਉਹ ਕਹਿੰਦੇ ਨੇ ਕਿ ਤੂੰ ਹੈ ਰੱਬ ਦੀ ਸਰਬੀ ਅਵਤਾਰ ਦਰਸ਼ਨਾ, ਤੇਰੇ ਵਿੱਚੋਂ ਹੁੰਦਾ ਰੱਬ ਦਾ ਦੀਦਾਰ ਸੱਜਣਾ, ਤੇਰੇ ਅੱਖਾਂ ਵਿੱਚ, ਤੇਰੇ ਹੱਥਾਂ ਵਿੱਚ ਹਸਤੀ ਜੀ, ਅੱਖੀਆਂ 'ਚ ਮਸਤੀ, ਜਿਹਦੇ ਵੱਲ ਤੂੰ ਤਕਾਇਆ ਤੇਰਾ ਹੋ ਕੇ ਮਰਸੀ। ਕਿ ਜਿਹਨੂੰ ਤੂੰ ਇੱਕ ਨਜ਼ਰ ਨਾਲ ਦੇਖ ਲਿਆ, ਉਹਨੂੰ ਪਤਾ ਨਹੀਂ ਕੀ ਹੁੰਦਾ ਸੀ, ਤੇਰਾ ਹੀ ਹੋ ਕੇ ਰਹਿ ਜਾਂਦਾ ਸੀ। ਔਰ ਇਹੋ ਹੀ ਦੇਖਿਆ ਕਿ ਜਿੰਨੇ ਵੀ ਆਉਂਦੇ ਸੀ, ਜੋ ਵੀ ਆਉਂਦੇ ਸੀ, ਪਤਾ ਨਹੀਂ ਉਹਨਾਂ ਨੂੰ ਕੀ ਲੱਭਦਾ ਸੀਗਾ, ਬਸ ਉਹ ਏਦਾਂ ਹੋ ਜਾਂਦੇ ਸੀ ਕਿ ਜਿਵੇਂ ਇੱਕ ਨਸ਼ੇ ਵਾਲੇ ਨੂੰ ਫ੍ਰੀ ਨਸ਼ਾ ਮਿਲਦਾ ਤੇ ਉਹ ਆਰਾਮ ਨਾਲ ਸ਼ਾਮ ਨੂੰ ਉੱਥੇ ਆ ਜਾਂਦਾ। ਅਸੀਂ ਇਹ ਸੋਚਦੇ ਰਹਿਣਾ ਕਿ ਬਾਬਾ ਜੀ ਦੇ ਬੰਦੇ ਛੱਡੇ ਹੋਏ ਆ, ਇਹ ਕਿਸੇ ਨਾ ਕਿਸੇ ਨੂੰ ਪਤਾ ਕਰ ਲੈਂਦੇ ਆ, ਇਹਨੂੰ ਦੱਸ ਦਿੰਦੇ ਆ, ਇਹ ਆਪ ਉਹਦੀ ਕਥਾ ਦੱਸ ਦਿੰਦੇ। ਨਹੀਂ ਤੇ ਬਾਬਾ ਜੀ ਨੂੰ ਕੀ ਪਤਾ ਕਿ ਤੈਨੂੰ ਕਿੰਨੇ ਕੀਤਾ, ਤੈਨੂੰ ਪ੍ਰੀਤੋ ਨੇ ਕੀਤਾ, ਤੈਨੂੰ ਮਿੰਦੋ ਨੇ ਕੀਤਾ, ਤੈਨੂੰ ਮੇਲੇ ਚੋਂ ਲੱਡੂ ਲੈ ਕੇ ਦਿੱਤੇ ਸੀ, ਤੈਨੂੰ ਆਹ ਖਵਾ, ਇਹ ਕਿੱਦਾਂ ਪਤਾ ਲੱਗ ਜਾਂਦਾ ਬਾਬਾ ਜੀ ਨੂੰ? ਬ੍ਰਿਜਮੋਹਨ ਜੀ, ਮੇਰੀ ਸਿਸਟਰ ਜੀ ਸੰਤੋਸ਼ ਦੀ ਮਹਾਰਾਜ ਜੀ ਨੇ ਰਿਸ਼ਤਾ ਕੀਤਾ ਜੀ ਬਟਾਲੇ ਸ਼ਹਿਰ 'ਚ, ਠੀਕ ਹੈ। ਤੇ ਮਹਾਰਾਜ ਜੀ ਦੇ ਇੱਕ ਮਾਸੀ ਜੀ ਸੀਗੇ ਜਿਹੜੇ ਗਾਜ਼ੀਆਬਾਦ ਰਹਿੰਦੇ ਸੀਗੇ ਜੀ, ਤੇ ਉਹਨਾਂ ਦੀ ਸਿਸਟਰ ਦਾ ਲੜਕਾ, ਠੀਕ ਹੈ, ਜਿਹਦਾ ਨਾਮ ਦਰਸ਼ਨ, ਉਹਨਾਂ ਦਾ ਨਾਮ ਹੀ ਦਰਸ਼ਨ ਲਾਲ, ਠੀਕ ਹੈ। ਕਹਿੰਦੇ ਆ ਕਿ ਜਦੋਂ ਇਹ ਸਾਰੇ ਇਕੱਠੇ ਰਹਿੰਦੇ ਹੁੰਦੇ ਸੀ ਪਾਕਿਸਤਾਨ ਦੇ ਵਿੱਚ, ਤੇ ਜਦੋਂ ਆਪਣਾ ਡਿਵੀਜ਼ਨ ਹੋਈ ਹੈ ਉਦੋਂ ਇਹ ਸਾਰੇ ਮੂਵ ਹੋ ਗਏ ਤੇ ਬਟਾਲੇ ਜਿਹਦਾ ਇਕੱਠੇ ਰਹਿਣ ਲੱਗ ਪਏ।
ਤੇ ਦੱਸਦੇ ਨੇ ਕਿ ਵੀ ਜਦੋਂ ਮਹਾਰਾਜ ਜੀ ਹੋਏ ਸੀ ਤੇ ਉਹ ਆਪਸ ਚ ਗੱਲਾਂ ਕਰਦੇ ਨੇ ਕਿ ਜਦੋਂ ਤੇਰੇ ਮੁੰਡਾ ਹੋਏਗਾ, ਠੀਕ ਹੈ, ਉਹ ਕਹਿੰਦੇ ਮੈਂ ਨਾਂ ਰੱਖਣਾ, ਉਹ ਕਹਿੰਦੇ ਮੈਂ ਵੀ ਆ ਨਾਂ ਰੱਖਣਾ, ਠੀਕ ਹੈ। ऐसे होता था पहले। ਤੇ ਜਿੱਦਾਂ ਮਹਾਰਾਜ ਜੀ ਤੋਂ ਪਹਿਲਾਂ ਵੀ ਇੱਕ ਲੜਕਾ ਹੋਇਆ ਸੀਗਾ, ਪਰ ਉਹ ਚਲੇ ਗਿਆ ਸੀਗਾ, ਤੇ ਕਹਿੰਦੇ ਆ ਕਿ ਉਹ ਵਕਤ ਤੋਂ ਪਹਿਲਾਂ ਸੀਗਾ, ਨਾਲੇ ਜਿੰਨੇ ਆਣਾ, ਤੇ ਉਹਦਾ ਨਾਂ ਦਰਸ਼ਨ ਰੱਖਿਆ ਸੀ। ਪਰ ਮੰਮੀ ਡੈਡੀ ਜੀ ਨੇ, ਮਾਤਾ ਜੀ ਨੇ, ਪਾਪਾ ਜੀ ਨੇ ਫੈਸਲਾ ਕੀਤਾ ਜਦੋਂ ਫੇਰ ਹੋਏਗਾ ਉਹਦਾ ਨਾਂ ਸੀ ਉਹ ਹੀ ਰੱਖਣਾ, ਤੇ ਜਦੋਂ ਮਹਾਰਾਜ ਜੀ ਹੋਏ ਉਹਨਾਂ ਦਾ ਨਾਂ ਉਹਨਾਂ ਨੇ ਦਰਸ਼ਨ ਲਾਲ ਰੱਖਿਆ। ਤੇ ਮੇਰੇ ਜੀਜਾ ਜੀ ਉਹਨਾਂ ਦਾ ਨਾਂ ਵੀ ਦਰਸ਼ਨ ਲਾਲ ਮੇਰੀ ਭੈਣ ਜੀ ਸੱਸ ਨੇ ਰੱਖਿਆ। ਤੇ ਮਹਾਰਾਜ ਜੀ ਨੇ ਰਿਸ਼ਤਾ ਕੀਤਾ ਮੇਰੀ ਸਿਸਟਰ ਦਾ, ਸੰਤੋਸ਼ ਦਾ, ਉਹਨਾਂ ਦੇ ਨਾਲ ਰਿਸ਼ਤਾ ਕੀਤਾ। ਵਿਆਹ ਦੀ ਘੜੀ ਆ ਗਈ, ਸਗਨ ਤੇ ਮਹਾਰਾਜ ਜੀ ਆਪ, ਊਸ਼ਾ ਮਾਤਾ ਜੀ ਆਪ ਸਗਨ ਲਾਣਗੇ। ਮੈਂ ਵੀ ਉਦੋਂ ਗਿਆ ਸੀ ਬਟਾਲੇ ਤੇ ਖੁਦ ਉਹਨਾਂ ਸਗਨ ਲਾਇਆ। ਜਦੋਂ ਵਿਆਹ ਦੀ ਗੱਲ ਸੀ ਤੇ ਵਿਆਹ ਦੀ ਗੱਲ ਇਹ ਹੋਈ ਕਿ ਜਿਹੜੀ ਬਰਾਤ ਹੈਗੀ ਹੈ ਉਹ ਦਿਨੇ ਆਏਗੀ, ਸ਼ਾਮ ਨੂੰ ਚਲੀ ਜਾਏਗੀ। ਸੋ ਇਹਦਾ ਮਤਲਬ ਘੱਟ ਖਰਚਾ, ਘੱਟ ਹੈਸਲ। ਤੇ ਇੰਨਾ ਮੈਨੂੰ ਯਾਦ ਹੈ ਕਿ 2 ਦਿਨ ਪਹਿਲੋਂ ਮੇਰਾ ਖਿਆਲ ਜਿਹੜਾ ਜੋ ਵੀ ਵਿੱਚ ਬੰਦਾ ਸੀ ਜਿਹਨੂੰ ਪਾਇਆ, ਉਹਨਾਂ ਦਾ ਸੁਣਾ ਆਇਆ ਕਿ ਵੀ ਬਰਾਤ ਜਿਹੜੀ ਹੈ ਸ਼ਾਮ ਨੂੰ ਆਈ ਕੱਲ ਤੇ ਰਾਤ ਰਹੇਗੀ। ਅੱਛਾ ਜੀ। ਰਾਤ ਦਾ ਟਿਕਾ ਹੋਏਗਾ, ਦੂਸਰੇ ਦਿਨ ਜਾਏਗੀ। ਠੀਕ ਹੈ। ਫਿਰ ਬਰਾਤ ਦੇ ਜਿਹੜੇ ਉਹਨਾਂ ਨੇ ਕਿਹਾ ਸੀ ਹੋਣਗੇ ਬਰਾਤੀ, ਉਹ ਮੇਰਾ ਖਿਆਲ 200 ਸੀਗਾ। ਤੇ ਜਦੋਂ ਪਤਾ ਲੱਗਾ ਕਿ ਵੀ ਬਰਾਤ ਵੀ ਜਿਹੜੀ ਹੈ ਉਹ ਵੀ ਤਕਰੀਬਨ ਡਬਲ ਹੈ। ਤੇ ਡੈਡੀ ਜੀ ਨੇ ਜਿੰਨਾ ਵੀ ਰਾਸ਼ਨ ਉਸ ਹਿਸਾਬ ਨਾਲ ਮੰਗਾਇਆ ਸੀ ਉਹ ਬਣਵਾ ਤਿਆਰ ਹੋਇਆ ਉਸ ਦਿਨ। ਤੇ ਮੈਨੂੰ ਯਾਦ ਹੈ ਕਿ ਡੈਡੀ ਬੜੇ ਪਰੇਸ਼ਾਨ ਸੀ ਤੇ ਬਾਕੀ ਵੀ ਸਾਰੇ ਬੜੇ ਪਰੇਸ਼ਾਨ ਕਿ ਹੋਇਆ ਕੀ, ਤੇ ਮਹਾਰਾਜ ਜੀ ਆਏ ਨਹੀਂ ਸੀਗੇ ਜੀ। ਫਿਰ ਬਰਾਤ ਵੀ ਸ਼ਾਮ ਦੀ, ਤੇ ਮਹਾਰਾਜ ਨੇ ਸੁਨਾਹ ਭੇਜਤਾ ਸੀ ਉਹ ਕੋਈ ਗੱਲ ਨਹੀਂ, ਚਿੰਤਾ ਨਾ ਕਰੀ। ਮਹਾਰਾਜ ਜੀ ਆ ਗਏ ਤੇ ਡੈਡੀ ਬੜੇ ਪਰੇਸ਼ਾਨ, ਮੱਥਾ ਟੇਕਿਆ ਤੇ ਮਹਾਰਾਜ ਜੀ ਕਹਿੰਦੇ ਹਾਂਜੀ ਕੀ, ਉਹਨਾਂ ਨੇ ਦੱਸਿਆ ਕਿ ਮਹਾਰਾਜ ਜੀ ਵੀ ਰਸਦ ਤੇ ਇੰਨੀ ਹੈ। ਅੱਛਾ। ਤੇ ਰਸਦ ਕੋਠੇ ਦੇ ਉੱਪਰ ਹਲਵਾਈ ਲਗਾਇਆ ਸੀ ਅਸੀਂ, ਕੋਠਾ ਖੁੱਲਾ ਹੁੰਦਾ ਸੀਗਾ, ਉੱਥੇ ਹਲਵਾਈ ਸੀ। ਮੈਨੂੰ ਯਾਦ ਹੈਗਾ ਕਿ ਮਹਾਰਾਜ ਜੀ ਨੇ ਕਿਹਾ ਕੱਪੜਾ ਲਿਆਓ, ਤੇ ਮਹਾਰਾਜ ਜੀ ਨੇ ਸਾਰੇ ਜਿੰਨੀਆਂ ਵੀ ਡਿਸ਼ਾਂ ਬਣਾਈਆਂ ਸੀ ਉੱਤੇ ਕੱਪੜਾ ਪਾਤਾ ਸਾਰਿਆਂ ਦੇ ਉੱਪਰ। ਮਹਾਰਾਜ ਕਹਿੰਦੇ ਠੀਕ ਹੈ ਵੀ ਤੁਸੀਂ ਸਾਰੇ ਬੰਦੇ ਜਿਹੜੇ ਹੈਲਪ ਕਰਨ ਵਾਲੇ, ਵਰਤਾਨ ਵਾਲੇ ਥੱਲੇ ਲੱਗ ਜਾਓ। ਠੀਕ ਹੈ। ਮਹਾਰਾਜ ਜੀ ਉੱਪਰ ਪਾਣ ਲੱਗ ਪਏ ਸੀ ਤੇ ਉਹ ਸਾਰੇ ਵਰਤਾਨ ਲੱਗ ਪਏ ਸੀ। ਬਰਾਤ ਆਈ, ਬਰਾਤ ਨੇ ਛਕਿਆ, ਜਿੰਨੇ ਵੀ ਸੀ ਬਰਾਤ ਨੇ ਛਕਿਆ। ਡੈਡੀ ਬਾਊ ਜੀ ਕਾਫੀ ਪਰੇਸ਼ਾਨ ਸੀ, ਬਾਕੀ ਦੇ ਵੀ ਵੱਡੇ ਪਰੇਸ਼ਾਨ ਸੀ ਕਿ ਕਿੱਦਾਂ ਹੋਏਗਾ, ਪਰ ਮਹਾਰਾਜ ਨੇ ਕਿਹਾ ਸੀ ਚਿੰਤਾ ਨਹੀਂ ਕਰਨੀ। ਮਹਾਰਾਜ ਜੀ ਉਸ ਵੇਲੇ ਦਸਤਾਰ ਨਹੀਂ ਬੰਨੀ ਸੀਗੀ, ਮਹਾਰਾਜ ਜੀ ਨੇ ਇੱਕ ਚੁੰਨੀ ਲਪੇਟੀ ਸੀ ਤੇ ਉਹਦੇ ਉੱਪਰ ਮਹਾਰਾਜ ਨੇ ਬੁੱਕਲ ਮਾਰੀ ਹੋਈ ਸੀ। ਠੀਕ ਹੈ। ਉਹਦੀ ਮੈਂ ਤੁਹਾਨੂੰ ਠਹਿਰ ਕੇ ਸਟੋਰੀ ਦੱਸਦਾ। ਜਦੋਂ ਮਹਾਰਾਜ ਜੀ ਪਾਣ ਲੱਗ ਪਏ ਤੇ ਵਰਤਾਨ ਲੱਗ ਪਏ, ਸਾਰੀ ਬਰਾਤ ਖਾ ਗਈ। ਠੀਕ ਹੈ। ਡੈਡੀ ਨੇ ਬੜਾ ਸ਼ੁਕਰ ਮਨਾਇਆ ਕਿ ਸ਼ੁਕਰ ਹੈ ਚੱਲ ਬਰਾਤ ਖਾ ਗਈ, ਹੁਣ ਕੋਈ ਗੱਲ ਨਹੀਂ, ਬਾਕੀ ਹੁਣ ਬਣ ਜਾਏਗਾ। ਮਹਾਰਾਜ ਕਹਿੰਦੇ ਉਹ ਜਿਹੜੇ ਹੁਣ ਮੇਲ ਵਾਲੇ ਬੰਦੇ ਉਹਨਾਂ ਨੂੰ ਵੀ ਲਿਆਓ ਜੀ। ਮਹਾਰਾਜ ਜੀ ਡੈਡੀ ਹੈਰਾਨ, ਉਹਨੇ ਉਹਨਾਂ ਨੂੰ ਵੀ ਬੁਲਾ ਲਿਆ, ਮੇਲ ਵੀ ਖਾ ਗਿਆ। ਫਿਰ ਮਹਾਰਾਜ ਕਹਿੰਦੇ ਗਲੀ ਮਹੱਲੇ ਵਾਲੇ ਨੇ ਜਿਨ੍ਹਾਂ ਨੇ ਛਕਣਾ ਉਹਨਾਂ ਨੂੰ ਵੀ ਬੁਲਾ। ਡੈਡੀ ਕਹਿੰਦੇ ਚੱਲ ਇੰਨਾ ਹੋ ਗਿਆ, ਹੁਣ ਬਰਾਤ ਵੀ ਛਕ ਗਈ, ਇਹ ਵੀ ਚੱਲ ਕੋਈ ਨਹੀਂ, ਹੁਣ ਬਣਾ ਲਾਂਗੇ, ਇੱਜ਼ਤ ਬਚ ਗਈ। ਸਹੀ ਹੈ। ਉਹਨਾਂ ਨੂੰ ਵੀ ਬ੍ਰਿਜਮੋਹਨ ਛਕਾਤਾ। ਅੱਛਾ ਜੀ। ਉਹਨਾਂ ਨੂੰ ਵੀ ਛਕਾਤਾ, ਬਰਾਤ ਵੀ ਛਕ ਗਈ, ਮੇਲ ਵੀ ਛਕ ਗਿਆ, ਮਹੱਲੇ ਵਾਲਿਆਂ ਨੇ ਵੀ ਸਾਰਿਆਂ ਨੇ ਛਕ ਲਿਆ। ਹੁਣ ਮੈਨੂੰ ਜਿੱਥੋਂ ਤੱਕ ਯਾਦ ਹੈ, ਮੈਂ 100% ਨਹੀਂ ਕਹਿ ਸਕਦਾ ਕਿ ਮੈਂ ਛੋਟਾ ਸੀ, ਕਿ ਵੀ ਮਹਾਰਾਜ ਜੀ ਨੇ ਜਦੋਂ ਸਾਰੇ ਛਕ ਗਏ, ਮਹਾਰਾਜ ਜੀ ਥੱਲੇ ਆ ਗਏ, ਨਾ ਸਾਰਿਆਂ 'ਚ ਬਹਿ ਗਏ, ਤੇ ਕਿਸੇ ਨੇ ਕੱਪੜਾ ਚੁੱਕ ਕੇ ਦੇਖ ਲਿਆ ਕਿ ਵੀ ਕਿੰਨਾ ਕੁ ਰਹਿ ਗਿਆ, ਬਾਕੀ ਆਪਣੇ ਵਾਸਤੇ ਜਿਹੜੇ ਹੋਰ ਵਰਤਾਨ ਵਾਲੇ ਸੀਗੇ ਜੀ। ਤੇ ਮਹਾਰਾਜ ਜੀ ਹੋਰ ਸਾਰਿਆਂ ਨੇ ਛਕਣਾ ਸੀ। ਜਦੋਂ ਦੇਖਿਆ ਤੇ ਉੱਥੇ ਪਤੀਲੇ ਲਿਬੜੇ ਹੋਏ ਸੀ, ਕੁਛ ਹੈ ਨਹੀਂ ਸੀ। ਹੌਲੀ ਹੌਲੀ ਕਿਸੇ ਦੇ ਕੰਨ 'ਚ ਮਾਰੀ ਵੀ ਉਹ ਬਣਾਉਣਾ ਪੈਣਾ ਬਾਬਾ ਜੀ ਨੂੰ ਸਾਰਿਆਂ ਨੂੰ ਛਕਾਉਣ ਵਾਸਤੇ ਭੋਜਨ। ਡੈਡੀ ਕਹਿੰਦੇ ਕੋਈ ਗੱਲ ਨਹੀਂ, ਚੱਲ ਬਾਕੀ ਭੁਗਤ ਕੇ। ਜਦੋਂ ਮਹਾਰਾਜ ਨੂੰ ਪਤਾ ਲੱਗਾ, ਮਹਾਰਾਜ ਜੀ ਕਹਿੰਦੇ, ਉਹ ਕਹਿੰਦੇ ਜੀ ਕੋਈ ਨਹੀਂ ਭੋਜਨ ਬਣਾਉਣਾ, ਤੇ ਮਹਾਰਾਜ ਜੀ ਕਹਿੰਦੇ ਨਹੀਂ ਭੋਜਨ ਹੈਗਾ, ਵਰਤਾਓ ਸਾਰਿਆਂ ਨੂੰ ਜਿਹੜੇ ਬਾਕੀ ਰਹਿੰਦੇ। ਕਹਿੰਦੇ ਮਹਾਰਾਜ ਜੀ ਹੈ ਨਹੀਂ, ਕੋਈ ਗੱਲ ਨਹੀਂ, ਇਹ ਸਾਰੇ ਛਕ ਗਏ। ਫਿਰ ਮਹਾਰਾਜ ਨੇ ਕਿਹਾ ਕੱਪੜਾ ਕਿਹਨੇ ਚੁੱਕਿਆ ਸੀ? ਓਹੋ, देखा, इसलिए कहते हैं कि कपड़ा किने चुक्या सी, पर्दे में रहने दो, पर्दा ना उठाओ। ਉਹ ਕਹਿੰਦੇ ਕਿ ਕੱਪੜਾ ਕਿਨੇ ਚੁੱਕਿਆ, ਫਿਰ ਦੱਸਿਆ ਕੱਪੜਾ ਕਿਨੇ ਚੁੱਕਿਆ। ਕਹਿੰਦੇ ਠੀਕ ਹੈ, ਫਿਰ ਹੁਣ ਉਹਨੂੰ ਕੋਣ ਸਾਰਿਆਂ ਵਾਸਤੇ ਬਣਾਏ ਜਿਹੜੇ ਬਚ ਗਏ। ਹਾਂ, ਜੋ ਕਰੇ ਵਹੀ ਭਰੇ। ਸੋ ਬ੍ਰਿਜਮੋਹਨ ਜੀ, ਇਹ ਹੈ ਕਲਾ ਮਹਾਰਾਜ ਜੀ ਦੀ, ਕਿ ਵੀ ਮਹਾਰਾਜ ਜੀ ਦੇ ਕਹਿੰਦੇ ਹੱਥਾਂ 'ਚ ਹਸਤੀ, ਅੱਖਾਂ 'ਚ ਮਸਤੀ, ਜੋ ਚਾਹੁੰਦੇ ਸੀ ਕਰ ਲੈਂਦੇ ਸੀ। ਔਰ ਉਸ ਟਾਈਮ ਤੇ ਕੀ ਹੋਇਆ ਕਿ ਫੋਟੋਗ੍ਰਾਫਰ ਸੀਗਾ
ਜੀ ਜਿਹੜਾ ਫੋਟੋਆਂ ਖਿੱਚ ਰਿਹਾ ਸੀ ਬਰਾਤ ਦੇ ਨਾਲ ਆਇਆ, ਠੀਕ ਹੈ ਉਹਨੇ ਬੜੀਆਂ ਮਹਾਰਾਜ ਦੀਆਂ ਫੋਟੋਆਂ ਖਿੱਚੀਆਂ ਇੱਧਰ ਨੂੰ ਨਾ, ਹਾਂਜੀ ਤੇ ਫੋਟੋ ਕੋਈ ਨਹੀਂ ਆਈ। ਤੇ ਅੱਛਾ ਕਿਸੇ ਨੇ ਦੱਸਿਆ ਕਿ ਵੀ ਕਹਿੰਦੇ ਉਹ ਬਾਬਾ ਜੀ ਹੈ, ਇਹ ਹਾਂ ਫੋਟੋ ਇਦਾਂ ਨਹੀਂ ਆਣੀ ਕਿ ਜਦ ਏਦਾਂ ਨਹੀਂ ਬਾਬਾ ਜੀ ਆਉਣੀ, ਚਾਹਣਗੇ। ਬਗੈਰ ਪਰਮਿਸ਼ਨ। ਫਿਰ ਉਹਨੇ ਮਹਾਰਾਜ ਜੀ ਨੂੰ ਰਿਕੁਐਸਟ ਕੀਤੀ, ਕਹਿੰਦਾ ਬਾਬਾ ਜੀ ਵੀ ਤੁਹਾਡੀ ਫੋਟੋ ਖਿੱਚਣੀ। ਅੱਛਾ ਜੀ ਕਿ ਮਹਾਰਾਜ ਕਹਿੰਦੇ ਅੱਛਾ, ਹਮ, ਕਹਿੰਦੇ 2 ਫੋਟੋਆਂ ਖਿੱਚਣਾ। ਠੀਕ ਹੈ ਜਿਹੜੀ ਪਹਿਲੀ ਫੋਟੋ ਉਹਨੇ ਖਿੱਚੀ, ਉਹ ਦਾਸ ਜੀ ਉਹ ਫੋਟੋ ਹੈ ਜਿਹੜੀ ਆ ਲੋਕਟ ਦੇ ਵਿੱਚ ਮਹਾਰਾਜ ਜੀ ਦੀ, famous, ਜਿਹਨੂੰ ਕਹਿੰਦੇ ਆ ਗੁਰੂ ਤੇਗ ਬਹਾਦਰ ਨੂੰ ਲੱਗਦੇ, ਗੁਰੂ ਗੋਬਿੰਦ ਸਿੰਘ ਜੀ ਨੂੰ ਲੱਗਦੇ, ਇਹ ਫੋਟੋ ਹੈ ਲੋਕਟ ਵਾਲੀ। ਅੱਛਾ ਜੀ ਇਹ ਫੋਟੋ ਨੂੰ ਮਹਾਰਾਜ ਜੀ ਨੇ ਇੰਗਲੈਂਡ ਦੇ ਵਿੱਚ ਕਿਹਾ ਸੀ ਕਿ ਹਰ ਘਰ 'ਚ ਹੋਣੀ ਚਾਹੀਦੀ, ਹਾਂ ਇਹ ਠੀਕ ਹੈ। ਇਹ ਫੋਟੋ ਉਦੋਂ ਖਿੱਚੀ ਅੱਛਾ ਜੀ ਸਿਸਟਰ ਦੇ ਵਿਆਹ ਤੇ ਸਾਡੇ ਘਰ ਦੇ ਬਾਹਰ। ਅੱਛਾ ਤੇ ਦੂਸਰੀ ਫੋਟੋ ਖਿੱਚੀ ਕੋਮਲ, ਹਮ ਜਿਹੜੇ ਹਰਬੰਸ ਕੋਮਲ ਹੈ, ਹਾਂਜੀ ਮਹਾਰਾਜ ਹਾਂਜੀ ਦੀ ਹਜ਼ੂਰੀ ਹਜ਼ੂਰੀ ਰਾਗੀ, ਉਹ ਤੇ ਨਾਲ ਕਮਲ ਤੇ ਸਾਡੇ ਇੱਕ ਕਪੂਰਥਲੇ ਤੋਂ ਹੁੰਦੇ ਸੀ ਨਿੰਦੀ ਭਾਜੀ। ਹਮ, ਸੋ ਇਹ ਜਿਹੜੇ 3 ਜਣੇ ਸੀਗੇ ਨਾਲ ਮਹਾਰਾਜ ਨਾਲ, ਇਹਨਾਂ ਕਿਹਾ ਮਹਾਰਾਜ ਜੀ ਅਸੀਂ ਵੀ, ਤੇ ਉਹ ਦੂਸਰੀ ਫੋਟੋ ਖਿੱਚੀ ਉਸੇ ਰੂਪ 'ਚ, ਉਸੇ ਕੰਬਲੀ ਦੇ ਵਿੱਚ ਅੱਛਾ ਉਹ ਫੋਟੋ ਖਿੱਚੀ। 2 ਫੋਟੋਆਂ ਖਿੱਚੀਆਂ, ਠੀਕ ਹੈ ਔਰ ਉਹਨੇ ਜਿੰਨੀਆਂ ਫੋਟੋਆਂ ਖਿੱਚੀਆਂ ਉਹ ਕੋਈ ਉਹਦੀ ਫੋਟੋ ਨਹੀਂ ਕਲੀਅਰ ਆਈ। ਹੋ ਗਈ ਸੋ ਇਹ ਉਦੋਂ ਦੀ ਹੈ ਦੇਣ ਕਿ ਜਦੋਂ ਸਿਸਟਰ ਦਾ ਵਿਆਹ ਸੀ ਤੇ ਉਦੋਂ ਫੋਟੋ ਖਿੱਚੀ ਗਈ, ਤੇ ਅੱਜ ਤੱਕ ਉਹ ਫੋਟੋ ਦੇਖ ਲਓ ਘਰਾਂ ਦੇ ਵਿੱਚ ਮਹਾਰਾਜ ਦਾ ਸਰੂਪ ਹੈ, ਜਿਹਨੂੰ ਮਹਾਰਾਜ ਨੇ ਵਰ ਦਿੱਤਾ कि हर घर 'ਚ ਸਾਡੀ ਫੋਟੋ ਜ਼ਰੂਰ ਹੋਵੇ। बेसिकली ये होता है जी, महाराज जी ने अपनी परमिशन देके वो फोटो उतरवाई, अदरवाइज तो वो फोटो और कोई आ ही नहीं रही थी। लेकिन कोई फोटो जो नहीं। उनकी मर्जी से उतरी है, तभी वो इतनी फेमस हुई है, तभी वो सभी सेवकों को भी उसके अंदर से कुछ नजर आया। जब महाराज जी कहते थे कि भाई फोटो ऐसी होनी है, ऐसी जगह रखो, ऐसे स्थान पे रखो जहाँ कोई किसी और की फोटो ना हो, क्योंकि जो आप उसके अंदर से देखना चाहते हो उसके अंदर से वो नजर आए। हाँ, महाराज जी ने जब ये फोटो के लिए कहा, तब महाराज जी ने कहा था कि हमारे इतने स्वरूप मत लगाओ, हाँ जी ठीक है, तो हाँ ये स्वरूप आप लगाओ, हाँ आपकी मर्जी जो मर्जी लगाओ, लेकिन हाँ। एक स्वरूप अपने घर में होना चाहिए। हाँ जी और ये स्वरूप महाराज जी ने पास किया। पास किया और दूसरा जो येलो टॉवल वाला है जी, वो महाराज जी ने बोला था कि यहाँ भी गद्दी लगेगी, हमारी गद्दी के ऊपर वो होना चाहिए। हाँ जी फिर महाराज जी ने बोला था कि हमारी फोटो के ऊपर हार नहीं डालना, ठीक है, हमारी फोटो के आगे फूल नहीं रखने, फूल नहीं रखने, हमारी फोटो को कभी भी धूप बत्ती नहीं करनी। बिल्कुल ठीक ये इंग्लैंड में महाराज जी ने बर्मिंघम डेरे में ये सब संविधान संविधान बनाए। बनाए। हाँ जी हाँ जी और फोटो ना आना, फोटो आना, ये पहले महाराज जी करा करते थे कि अगर उनकी इच्छा नहीं है तो फोटो आती ही नहीं थी, आप जितना मर्जी जोर लगा लो। ये तो होगा बिल्कुल। और महाराज जी पहले ब्रिजमोहन जी इतना खुला उन्होंने रब की ताकत को वर्ताया जी, इतने खुले लोगों को, वो कोतक करे कि कोतक कह लो कि भी वो धन है कि शायद वो चाहते थे तो लोग देखते थे। और ये बात 1979 की है, महाराज जी की शादी के पहले की। अच्छा जी, तो बेसिकली जहां तक मैं समझता हूँ जी, महाराज दर्शन दास जी वो किसी को ये नहीं कहना चाहते, दिखाना चाहते थे कि मैं इतनी बड़ी पावर है, मैं मेरे को मानो या कुछ मानो। मेरा जो सोचना है, शायद आप भी उससे एग्री होगे, कि उनके पास भंडार था कृपा का, और वो दुनिया में बांटने के लिए आए थे, और उन्होंने दुनिया के अंदर आके सबको बांटा। दूध वाले को दूध और पूत वाले को पूत उन्होंने दिया। ये हमारे सबके सामने है। बिल्कुल ठीक। अच्छा, इसके बाद मैं ये आपसे पूछना जानना चाहूंगा कि बटाला साहब के अंदर और जलंधर के अंदर जहाँ पे महाराज जी को लाइट शुरू हुई थी, तो वहाँ की आप थोड़ी जरूर जानकारी दो, क्योंकि वहाँ क्योंकि पंजाब से बोर्न एंड ब्रॉट अप वहाँ से आप हुए हैं, तो उसका तो पूरा आपको जानकारी है। ये ब्रिजमोहन जी, इससे पहले की ये है कि जब हम महाराज जी को मिले तो महाराज जी का जो टूर होता था जलंधर कपूरथला जलंधर जी, ठीक है, ये महाराज जी का टूर होता था। बटाले महाराज जी
ज्यादा रहते थे जब भंडारे होते थे, ठीक है जब अमावस होती थी जी। तब। बाकी उनका जलंधर, कपूरथला, कपूरथला जलंधर, जब तक लोनी डेरा नहीं बना, ये ठीक है महाराज जी के आना आना जाना था। एवरीडे ये हाँ, जलंधर मासी जी के घर, यहाँ उनको महाराज जी की सेकंड टाइम जोत मिली, पूर्ण जोत मिली। जी और कुंदन लाल थे जिनको ठेकेदार कहते थे, उनके घर जी ये महाराज के ठिकाने होते थे। कपूरथला में हमारे घर, जी और एक पिशोरा दास जी होते थे, जी उनके घर। तो ये महाराज जी का आना जाना था। तो क्या रीजन था, क्या कारण था, जो उसको पता है। हाँ जी। महाराज जी की शादी भी जो कपूरथला में ही हुई। अच्छा आप उस टाइम वहीं पे थे? माता उषा जी कपूरथला में रहते थे, अच्छा जी तो हमें नहीं पता था। ठीक है हमें तब पता चला जब महाराज जी की शादी। तो बड़ा अजीब सा लगा कि बाबा जी का ब्याह है। अच्छा जी तो बड़ा होता है यार, बाबा जी का भी ब्याह है। तो सोच में ये होता था जो हाँ बाबा जी होते हैं हाँ उनकी वो शादी शादी नहीं नहीं करते, हाँ और उनके हाथों में बड़े बड़े वो कंगन से कंगने होते हैं, ऐसे। गाल में माला डाली होती है। तो हाँ मैं तो शुरू से यही सोचता था ये बाबा नहीं हो सकता, कोई ये तो कितने लंबे लंबे वाल है, हाँ तो कितनी बॉडी भी महाराज जी की ऐसी थी सॉलिड जैसे कोई बॉडी फिजिक। बिल्डर होता है। तो महाराज जी उस टाइम सफारी सूट ज्यादा पहनते थे, आधी बाजू वाला। अच्छा जी तो बड़े बड़े बाल थे, जैसे उस टाइम में ना एक विनोद खन्ना एक्टर होता था, अच्छा जी वैसे लगते थे उस टाइम। अच्छा चलो मैं कंपेयर नहीं करता क्योंकि वो तो कुछ भी नहीं महाराज जी के सामने, लेकिन हाँ मेरी मेरे बचपन में मैं ये सोचता था कि जग्गी यार लाइफ से ये बाबा जी कैसे हो सकता है। ठीक लेकिन घर बात वाले सारे मानते हैं, इसको सब कुछ पता है। हम्म तो जब उनकी शादी थी तो उस टाइम पंजाब में ये था कि भी बहुत कम बारात में लोग जाएं। ठीक है एक कानून बना था, जी कहीं 21 या 31 या 51 ऐसे कुछ था हाँ कानून ना। लिमिट के तो महाराज जी ने बोला यार भी मेरा शादी तो सेवक होने चाहिए सारे, लेकिन वहां था कि भी आपको फाइन कर देते थे। अच्छा जी हाँ, वहां फाइन कर देते थे। तो मेरे को भी आया यार कि देखना है, पर डैडी को ही अकेला चुना, हर परिवार से देखा कि कौन कौन आएगा, लिस्ट बनाई थी। ठीक है तो मेरे को पता कि मैं चोरी चोरी चला गया। ठीक है हाँ, शादी के बाबा की शादी देखनी है, बहुत शौक था कि बाबे की शादी कैसे होगी। तो डेफिनेटली ये है कि महाराज जी को देखा शादी पे, जी पर लेकिन वहां जो कोतक था वो मैंने नहीं देखा, डैडी ने देखा। अच्छा डैडी ने बताया कि जब महाराज जी की शादी थी तो महाराज जी भी दुनियादारी की तरह घोड़े पे चढ़ के आए, अच्छा बैंड बाजा हुआ, तब बैंड बाजे भी मना थे, अच्छा लेकिन थोड़ा बजाया। हम्म पता नहीं क्यों, उस टाइम कोई प्रॉब्लम थी कि आप कम करो, दाज नहीं लेना, ऐसे रूल थे कुछ। ओके डैडी बताते हैं कि जब महाराज जी उतरे तो जो महाराज जी की सास थी पाबू जी, ते महाराज जी जान के उनको सता रहे थे। तो जो डैडी महाराज जी उतरे घोड़े तो ते अंदर थल्ले तुरे जाते थे, सारे महाराज जी लगन महाराज जी सीधे जाते पे है, तो माता जी लगे कि महाराज जी लंगे है कि एक लत उन्होंने छोटी है। छोटी बड़ी आ रही वो बड़े हैरान यार, ये क्या हो ये गया क्या ये क्या हो गया। फिर उसके बाद कहते कि जो पानी उबारना जाओ आरती कर रहे थे तो महाराज जी की आंखें ऐसे जैसे पैंती आंखें हैं, महाराज ने ऐसे कर ली। अच्छा वो कह यार ये तो आंखा भी ये तो पैंगा है यार, ये की हो गया। जैसे आपको रोकना चाहूंगा जैसे एक शिवा का ब्याह में बोलते होते हैं ना शिव जी का ब्याह होया आपको ज्यादा जाने उसमें भी ऐसे उन्होंने भूत प्रेत अपने साथ ले आए शादी में बिल्कुल और ठीक है। राजा लाइक नहीं करता था। राजा लाइक नहीं करता था वो सारे उल्टे उल्टे वो करते होते थे दूसरों को दिखाने के लिए ऐसे महाराज जी ने उस टाइम खेल खेली वो कहते ऐसे ही महाराज जी ने उस टाइम ऐसे कोतक करे, वो बड़े परेशान हो गए यार, किसके साथ लड़की को शादी कर दी यार, ये लड़की को लड़का कैसे पसंद आ गया यार, ये लड़का कैसा है। पहले तो ये वो है बाबा है, ये बाबा है यार, लेकिन ये इसकी टांग भी छोटी है, इसकी आंखें भी बहकी है। तो कहते वो बहुत परेशान, और महाराज जी सता रहे थे, जान जान के कर रहे थे। तो ये महाराज जी ने वैसे कोतक करे जैसे आपने बोला, शिव जी महाराज जी ने बारात में सबको ले गए, उल्टे सीधे को बैल के ऊपर चढ़ के आ गए। तो वैसे ही महाराज जी ने अपनी शादी के ऊपर ये ऐसे कोतक करे। और मैं सोचता हूँ कि बहुत पूर्ण कर्म है मेरे भी, हमारी फैमिली के भी, जो हमारे गुरु महाराज जी की शादी देखने को मिली, देखने को मिली। और वो भी कपूरथला में यहाँ रहते थे। ठीक 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 बात। अच्छा
ये तो महाराज जी की शादी की बात हुई। तो उसके बाद फिर उन्होंने मिशन उसी तरीके से जारी जारी रखा, शादी के बाद के भी संगतों से मिलना, सभी के दुख दुख दूर करना जी। और प्रॉब्लम सुनना और ट्रैवल करना पंजाब के अंदर और पंजाब से बाहर और जगह भी जाना। तो फिर लाइफ के अंदर कोई चेंज किया हुआ महाराज जी का, आपने कैसे महसूस किया? ये है कि महाराज जी की जो जीवनी लगा लो, उनका यही था कि कीर्तन और लोगों के दुख काटने। ठीक है। तब भी ये नहीं होता था कि किसी को लटकाते थे ना, अच्छा, जो आता था इंस्टेंट, स्टेट वे। स्टेट वे। और वाह! बहुत सेवक ऐसे लोग ऐसे देखे हैं जो आए, उनका स्टेट वे काम हो गया, वापस आए नहीं। वाह जी! सो उस टाइम ऐसा था, इतनी कृपा बरसाते थे कि जैसे ही जिसने जो मांगा वो चले गए। और क्या कहते थे, मोटरसाइकिल वाला बाबा महाराज जी। अच्छा, तब ज्यादा मोटरसाइकिल भी आती थी। ठीक। तो जब डैडी बटाला जाने आने लग गए, महाराज जी के साथ मुलाकात हो गई, तो फिर उसके बाद डैडी को साथ ले जाते थे। अच्छा जी। हाँ, डैडी ने महाराज जी के साथ बहुत मोटरसाइकिल के ऊपर ट्रैवल किया है, उनको बहुत लेके गए, बहुत घुमाया। मतलब उन्होंने काम छोड़ दिया था, डैडी ने काम छोड़ दिया था, खाना पीना छोड़ दिया, उनको महाराज जी के साथ था, बस बटाले चले गए, यहाँ भी महाराज जी चले गए, वहां चले गए, बस वहां साथ चले गए। इवन की आपको आगे जाके बताऊंगा कि महाराज जी एक बार टाटा भी गए, टाटा नगर, जहाँ जिसको जादू नगरी कहते हैं, वहां बहुत जादू वाले हैं। तो वहां भी डैडी को लेके गए, वहां भी महाराज जी ने बहुत सारे कौतक करे, बताया कि रब क्या है और आपकी ये टूने जो जादू है, ये उसके सामने कुछ भी नहीं है, कुछ भी नहीं है। तो बटाला कपूरथला होता रहा। जब भी कभी अपना बड़े भंडारे होते थे तो कपूरथले से हम ट्राली लेके, मल्ली साहब होते थे, उनकी ट्राली आ जाती थी, जहाँ को टेम्पू हायर करके तो वहां चले जाते थे। अच्छा। गाते झूमते 2-2 दिन रहना, तो ऐसे ही सफर चलता रहा। तो उसके बाद काफी कौतक है, जो महाराज जी की रहमत है, वो मैं आपको अगले एपिसोड में बताऊंगा कि ये जर्नी बहुत लंबी है। हाँ, बिल्कुल, डेफिनेटली, क्योंकि आपका तो लिंक शुरू से महाराज जी के साथ में और महाराज जी की शरण में रहा है। तो आपने तो दुनिया भर के कौतक देखे होंगे, वो भी अपनी आंखों के सामने। और डेफिनेटली एक एपिसोड में तो नहीं हो गए, तो लॉट्स बहुत सारे एपिसोड बनाने पड़ेंगे। इसी तरीके से टाइम निकालते रहिए, क्योंकि मैं समझता हूँ कि एक पूर्ण संत की बात करनी और पूर्ण संत की बात सुननी, ये दोनों बराबर है। मेरा अपना सोच है। कहते पुनीत, सुनते पुनीत, बस यही बात है। कहने वाला भी तर जाता है और सुनने वाला भी तरता। क्योंकि अगर आप नहीं सुनाओगे और दूसरे कैसे सुनेंगे? आप सुनाओगे तो दूसरे सुनेंगे। जब सुनेंगे, यू डोंट नो कि एक शब्द भी पूर्ण संत की एक नाम लेने से ही इतना उतार आ जाता है आदमी के जिंदगी के अंदर। तो ये तो हम हमारे गुरु की, हमारे पूर्ण संत की बात कर रहे हैं। तो उसके अंदर तो मैं कहता हूँ इतना अगर आधे घंटे का भी है अपना एपिसोड बनाते हैं, तो वो 2-3 मिनट में ऐसा लगता है ये फिनिश हो गया। और जरूर मैं सारे सुनने वालों को, पूरी संगत को रिक्वेस्ट करूंगा कि इंतजार कीजिए अगले एपिसोड। आपका बहुत बहुत धन्यवाद जी। नानक नाम चढ़दी कला तेरे पाने सर्वदा भला। धन दर्शन जी।